ਅੱਜ ਦਾ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਾ ਜੋ ਲੈਸਨ ਹੈ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 10ਵੀਂ ਕਲਾਸ ਦੇ ਵਿੱਚ ਗਣਿਤ ਦਾ ਸਾਡੇ ਕੋਲ 5ਵਾਂ ਅਧਿਆਇ ਹੈ ਅੰਕ ਗਣਿਤਿਕ ਲੜੀਆਂ। ਅੰਕ ਗਣਿਤਿਕ ਲੜੀਆਂ ਦਾ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਟੌਪਿਕ ਹੈ ਸਾਡੇ ਕੋਲ AP ਦੇ ਪਹਿਲੇ n ਪਦਾਂ ਦਾ ਜੋੜਫਲ। तो AP ਦੇ ਪਹਿਲੇ n ਪਦਾਂ ਦਾ ਜੋੜ ਪਤਾ ਕਰਨ ਵਾਸਤੇ ਸਾਡੇ ਕੋਲ ਇੱਕ ਸੂਤਰ ਹੁੰਦਾ ਹੈ SN ਬਰਾਬਰ n/2 ਬ੍ਰੈਕਟ ਦੇ ਵਿੱਚ 2A plus n ਘਟਾਓ 1 ਗੁਣਾ D। तो इस फॉर्मूले नूं आपां किवें बनाउने आ, इस फॉर्मूले नूं किवें असीं सवाल हल करन दे लई वरतों करदे आ इहदी ओह असीं अज दे लैसन दे विच करांगे। फॉर्मूला बनाउण तो पहलां फॉर्मूला ड्राइव करन तो पहलां इहदी जिहड़ी टैक्नीक है वो कित्थों आंदी है उहदे लई मैं तुहाडे नाल छोटी जी एक घटना जिहड़ी छोटी जी स्टोरी जिहड़ी साझी करनी चाहांगा। गॉस नां दा विग्यानी जदों 10 साल दा सी तां उहदे अध्यापक ने उहनूं एक सवाल जिहड़ा हल करन वास्ते दित्ता है। सवाल सी कि 1 ਤੋਂ 100 तक ਦੀਆਂ ਧਨ ਸੰਪੂਰਨ ਸੰਖਿਆਵਾਂ ਦਾ ਜੋੜਫਲ ਜਿਹੜਾ ਪਤਾ ਕਰਨਾ ਹੈ। ਅਧਿਆਪਕ ਨੂੰ ਇਹ ਅੰਦਾਜ਼ਾ ਸੀ ਕਿ ਇਹਨੂੰ ਹੱਲ ਕਰਨ ਲਈ ਗੌਸ ਨੂੰ ਜਿਹੜਾ ਕਾਫੀ ਸਮਾਂ ਲੱਗੇਗਾ ਕਿਉਂਕਿ ਇੱਕ ਸੰਖਿਆ ਕਰਕੇ 100 ਸੰਖਿਆਵਾਂ ਦਾ ਜੋੜ ਕਰਨਾ ਹੈ। ਪਰ ਗੌਸ ਨੇ ਕੁਝ ਹੀ ਪਲਾਂ ਦੇ ਵਿੱਚ ਉਹ ਜਿਹੜਾ ਸਵਾਲ ਸੀ ਉਹ ਹੱਲ ਕਰਕੇ ਅਧਿਆਪਕ ਨੂੰ ਹੈਰਾਨ ਕਰ ਦਿੱਤਾ। ਗੌਸ ਨੇ ਉਸ ਸਵਾਲ ਨੂੰ ਹੱਲ ਕਰਨ ਵਾਸਤੇ ਜਿਹੜੀ ਵਿਧੀ ਜਿਸ ਤਕਨੀਕ ਦੀ ਵਰਤੋਂ ਕੀਤੀ ਸੀ ਉਹੀ ਤਕਨੀਕ ਦੀ ਵਰਤੋਂ ਕਰਕੇ ਅੱਜ ਅਸੀਂ AP ਦੇ ਪਹਿਲੇ n ਪਦਾਂ ਦਾ ਜੋੜਫਲ ਪਤਾ ਕਰਨ ਲਈ ਜਿਹੜਾ ਸੂਤਰ ਹੈ ਉਸੇ ਹੀ ਤਕਨੀਕ ਦੀ ਵਰਤੋਂ ਕਰਕੇ ਬਣਾਵਾਂਗੇ। ਉਸ ਫਾਰਮੂਲੇ ਨੂੰ ਸਵਾਲਾਂ ਦੇ ਵਿੱਚ ਕਿਵੇਂ ਯੂਜ਼ ਕਰਨਾ ਹੈ ਉਹ ਵੀ ਅਸੀਂ ਦੇਖਾਂਗੇ। ਠੀਕ ਹੈ, ਤਾਂ ਆਓ ਦੇਖਦੇ ਹਾਂ। तो सब तो पहला आप देखते हैं गॉस ने कीता की सी। गॉस ने पहला तो ये जो सम सी उन्होंने S मान लिया। ठीक है, ये अगे उन्हें सारिया संख्यावां का जोड़ा जोड़ वो लिख लिया 1 जमा 2 जमा 3। ठीक है, इस तरह लिखते लिखते अखीर दे विच जिहड़ियां संख्यावां साडे कोल हुंदियां ने 98 जमा 99 जमा 100। ठीक है, 1 ਤੋਂ 100 तक सारिया संख्यावां का जोड़फल उन्हें लिखिया। फिर उन्हें की कीता, इन्हां ही संख्यावां की जिहड़ी तरतीब सी क्रम सी ਉਹਨੂੰ ਉਲਟਾ ਕੇ ਲਿਖ ਲਿਆ। ਭਾਵ ਕਿ ਪਹਿਲਾਂ 100 ਲਿਖਿਆ, ਫਿਰ ਉਸ ਤੋਂ ਬਾਅਦ ਜਮਾ 99, ਫਿਰ ਜਮਾ 98 ਔਰ ਫਿਰ ਇਸੇ ਤਰ੍ਹਾਂ ਘਟਾਉਂਦੇ ਘਟਾਉਂਦੇ ਜਮਾ 3 ਜਮਾ 2 ਜਮਾ 1। ਠੀਕ ਹੈ, ਭਾਵ ਕਿ ਪਹਿਲਾਂ ਉਹਨੇ ਸੰਖਿਆਵਾਂ ਨੂੰ 1 ਤੋਂ 100 ਤੱਕ ਲੈ ਕੇ ਗਿਆ ਜੋੜਫਲ ਜਿਹੜਾ ਉਹਨੇ ਲਿਖਿਆ, ਫਿਰ ਉਸ ਤੋਂ ਬਾਅਦ ਉਹਨੇ 100 ਤੋਂ 1 ਤੱਕ ਲਿਖਿਆ। ਅੱਛਾ, ਇਹ ਉਲਟ ਕ੍ਰਮ ਕਰਨ ਤੋਂ ਬਾਅਦ ਉਹਨੇ ਕੀਤਾ ਕੀ? ਹੁਣ ਦੇਖੋ ਸੰਖਿਆਵਾਂ ਦਾ ਜੋੜਫਲ ਜਿਹੜਾ ਪ੍ਰਾਕਿਰਤਿਕ ਸੰਖਿਆਵਾਂ ਦਾ ਉਹਨਾਂ ਦਾ ਕ੍ਰਮ ਅਗਰ ਅਸੀਂ ਚੇਂਜ ਵੀ ਕਰ ਦਈਏ ਤਾਂ ਜੋੜ ਜਿਹੜਾ ਉਹ ਸੇਮ ਹੀ ਰਹਿੰਦਾ ਹੈ। ਇਸ ਕਰਕੇ ਦੋਨਾਂ ਦੀ ਕੀਮਤ ਜਿਹੜੀ ਉਹ S ਦੇ ਬਰਾਬਰ ਹੀ ਰਹੇਗੀ। ਇਸ ਤੋਂ ਬਾਅਦ ਉਹਨੇ ਇਹ ਦੋਨੋਂ ਹੀ ਸਮੀਕਰਨਾਂ ਦਾ ਜਿਹੜਾ ਉਹ ਜੋੜ ਕਰ ਲਿਆ। ਖੱਬੇ ਪਾਸੇ ਦੇ ਵਿੱਚ ਜਦੋਂ ਅਸੀਂ S ਦੇ ਵਿੱਚ S ਜੋੜਾਂਗੇ ਤਾਂ ਇਹ ਸਾਡੇ ਕੋਲ ਬਣੇਗਾ 2S। ਠੀਕ ਹੈ, ਤਾਂ ਇਸੇ ਢੰਗ ਦੇ ਨਾਲ ਗੌਸ ਦੇ ਕੋਲ ਇਹ 2S ਬਣਿਆ। ਉਸ ਤੋਂ ਬਾਅਦ ਉਹਨੇ ਸੱਜੇ ਪਾਸੇ ਜਿੰਨੀਆਂ ਵੀ ਸੰਖਿਆਵਾਂ ਲਿਖੀਆਂ ਸੀ ਉਹਨਾਂ ਨੂੰ ਕ੍ਰਮਵਾਰ ਜਿਹੜਾ ਉਹ ਐਡ ਕਰਨਾ ਸ਼ੁਰੂ ਕੀਤਾ। ਜਿੱਦਾਂ ਇਹ ਪਹਿਲਾਂ ਸਾਡੇ ਕੋਲ 1 ਸੀ ਤਾਂ ਦੂਸਰੀ ਸਮੀਕਰਨ ਦਾ ਪਹਿਲਾ ਪਦ ਜਿਹੜਾ 100 ਹੈ ਸਾਡੇ ਕੋਲ, ਤਾਂ ਉਹਨੇ ਇਹਨਾਂ ਦੋਨੋਂ ਸਮੀਕਰਨਾਂ ਨੂੰ ਦੇ ਪਦਾਂ ਨੂੰ ਜੋੜਿਆ ਤਾਂ ਪਹਿਲਾ ਪਦ ਜਿਹੜਾ ਉਹਦੇ ਕੋਲ 101 ਬਣਿਆ। ਇਸੇ ਢੰਗ ਦੇ ਨਾਲ 2 ਨੂੰ ਜਦੋਂ 99 ਦੇ ਵਿੱਚ ਜੋੜਿਆ ਤਾਂ ਉਹ ਵੀ 101 ਬਣਿਆ। ਇਸੇ ਢੰਗ ਦੇ ਨਾਲ 3 ਜਮਾ 98 ਜਿਹੜਾ ਸੀ ਉਹ ਵੀ 101 ਬਣਿਆ। ਇਸੇ ਢੰਗ ਦੇ ਨਾਲ ਉਹ ਕਰਦਾ ਗਿਆ ਤੇ ਲਾਸਟ ਦੇ ਵਿੱਚ ਵੀ 98 ਜਮਾ 3 ਇਹ ਵੀ 101 ਬਣ ਗਿਆ ਉਹਦੇ ਕੋਲ, 99 ਜਮਾ 2 ਇਹ ਵੀ 101 ਬਣ ਗਿਆ, 100 ਜਮਾ 1 ਇਹ ਵੀ 101 ਬਣ ਗਿਆ। ਤੋ ਇਹ ਦੋਨੋਂ ਸਮੀਕਰਨਾਂ ਨੂੰ ਜੋੜਨ ਤੋਂ ਬਾਅਦ ਜਿਹੜੀ ਸਮੀਕਰਨ ਉਹਦੇ ਕੋਲ ਬਣੀ ਉਹ ਇਹ ਵਾਲੀ ਸਮੀਕਰਨ ਸੀ। ਹੁਣ ਇਹਦੇ ਵਿੱਚ ਸੱਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਾਰੀਆਂ ਸੰਖਿਆਵਾਂ ਨੇ ਸਾਡੇ ਕੋਲ, ਸਾਰੇ ਜਿਹੜੇ ਪਦ ਨੇ ਉਹ ਇੱਕੋ ਹੀ ਸੰਖਿਆ ਦੇ ਨਾਲ ਬਣੇ ਨੇ, ਭਾਵ 101 101 ਤੇ 101। ਔਰ ਇਹ 101 ਕਿੰਨੀ ਵਾਰ ਜੋੜਿਆ ਜਾ ਰਿਹਾ? ਇੱਥੇ 101 100 ਵਾਰ ਜੋੜਿਆ ਜਾ ਰਿਹਾ ਕਿਉਂਕਿ ਟੋਟਲ 100 ਪਦ ਸੀ ਸਾਡੇ ਕੋਲ ਪਹਿਲੀ ਸਮੀਕਰਨ ਦੇ ਵਿੱਚ ਵੀ ਦੂਜੀ ਸਮੀਕਰਨ ਦੇ ਵਿੱਚ ਵੀ। ਠੀਕ ਹੈ ਨਾ, ਤਾਂ ਇੱਕ ਇੱਕ ਪਦ ਨੂੰ ਅਗਰ ਅਸੀਂ ਇੱਕ ਇੱਕ ਟਰਮ ਨੂੰ ਜੋੜਿਆ ਤੇ ਸਾਡੇ ਕੋਲ ਇਹ 101 ਵੀ ਜਿਹੜਾ ਹੈ ਇਹ ਵੀ ਸਾਡੇ ਕੋਲ 100 ਵਾਰੀ ਬਣਦਾ ਹੈ। ਠੀਕ ਹੈ, तो इस तो बाद उन्हें की कीता, ये सारे ही पदां नूं जोड़िया। अच्छा, 101 ਨੂੰ 100 ਵਾਰੀ ਜੋੜਨ ਦੀ ਬਜਾਏ ਅਗਰ ਅਸੀਂ 101 ਨੂੰ 100 ਦੇ ਨਾਲ ਗੁਣਾ ਕਰ ਦਾਂਗੇ ਤਾਂ ਵੀ ਸਾਡੇ ਕੋਲ ਉਹੀ ਸੰਖਿਆ ਬਣੇਗੀ। ਠੀਕ ਹੈ, 101 ਨੂੰ 100 ਵਾਰੀ ਜੋੜਨ ਦਾ ਭਾਵ ਹੈ ਕਿ 101 ਨੂੰ 100 ਦੇ ਨਾਲ ਗੁਣਾ ਕਰ ਦਿੱਤੀ ਜਾਵੇ। ਤਾਂ 101 ਨੂੰ ਜਦੋਂ 100 ਦੇ ਨਾਲ ਗੁਣਾ ਕੀਤੀ ਇਹ ਬਣ ਗਿਆ 10100। ਠੀਕ ਹੈ, ਇਸ ਤਰ੍ਹਾਂ ਗੌਸ ਦੇ ਕੋਲ ਜਿਹੜੀ 2S ਦੀ ਕੀਮਤ ਸੀ 10100 ਜਿਹੜੀ ਹੈ ਉਹ ਬਣ ਗਈ। ਠੀਕ ਹੈ, ਹੁਣ ਇਹਦੇ ਤੋਂ S ਦੀ ਕੀਮਤ ਕੱਢਣੀ ਬਹੁਤ ਹੀ ਆਸਾਨ ਸੀ। S ਦੀ ਕੀਮਤ ਪਤਾ ਕਰਨ ਲਈ ਉਹਨੇ 10100 ਨੂੰ 2 ਦੇ ਨਾਲ ਕੀ ਕੀਤਾ? ਭਾਗ ਕੀਤਾ। ਭਾਗ ਕਰਨ ਦੇ ਨਾਲ ਉਹਦੇ ਕੋਲ ਜਿਹੜੀ ਸੰਖਿਆ ਪ੍ਰਾਪਤ ਹੋਈ ਉਹ ਸੀ 5050। ਠੀਕ ਹੈ, ਤਾਂ S ਜਿਹੜਾ ਸੀ ਉਹਦੇ ਕੋਲ 5050 ਜਿਹੜਾ ਉਹ ਬਣ ਗਿਆ। ਔਰ S ਸਟਾਰਟਿੰਗ ਦੇ ਵਿੱਚ ਗੌਸ ਨੇ ਲਿਆ ਕੀ ਸੀ? ਇਹ 1 ਤੋਂ 100 ਤੱਕ ਦੀਆਂ ਸੰਖਿਆਵਾਂ ਦਾ ਜੋੜਫਲ ਉਹਨੇ ਲਿਆ ਸੀ। ਇਹਦਾ ਭਾਵ ਹੈ ਕਿ 1 ਨੂੰ 100 ਤੱਕ ਜੋੜਨ ਤੇ ਜਿਹੜੀ ਸੰਖਿਆ ਉਹਦੇ ਕੋਲ ਜੋੜਫਲ ਜੋ ਬਣਨਾ ਸੀ ਉਹ ਕੀ ਬਣਿਆ? 5050।
50। तो यही चीज़ लैके वो अपने अध्यापक को गया, जिन्होंने देख के अध्यापक बड़ा हैरान होया, क्योंकि अध्यापक ने तो ये सोचा होएगा ना कि पहला एक दे विच वो 2 जोड़ेगा, फिर 2 जो आंसर आएगा, फिर 3 जोड़ेगा, फिर 4 जोड़ेगा, एक-एक संख्या करके जोड़ेगा तो बहुत टाइम लगेगा। पर ਉਹ ਪਲਾਂ ਦੇ ਵਿੱਚ ਹੀ ਇਸ ਕੁਐਸਚਨ ਨੂੰ ਸੋਲਵ ਕਰਕੇ ਉਹਨੇ ਆਨਸਰ ਇਹਦਾ ਦੇ ਦਿੱਤਾ। ਤੋ ਇਸੇ ਵਿਧੀ ਨੂੰ ਆਪਾਂ ਕਿਵੇਂ ਯੂਜ਼ ਕਰਕੇ ਏਪੀ ਦੇ ਪਹਿਲੇ n ਪਦਾਂ ਦਾ ਜੋੜਫਲ ਜਿਹੜਾ ਪਤਾ ਕਰ ਸਕਦੇ ਹਾਂ, ਉਹ ਆਪਾਂ ਇਸ ਲੈਸਨ ਦੇ ਵਿੱਚ ਅੱਗੇ ਦੇਖਾਂਗੇ। ਠੀਕ ਹੈ, ਏਪੀ ਦੇ ਪਹਿਲੇ n ਪਦਾਂ ਦਾ ਜੋੜਫਲ, ਏਪੀ ਦੇ ਪਹਿਲੇ n ਪਦਾਂ ਦਾ ਜੋੜਫਲ। ਹਾਂਜੀ, ਅਸੀਂ ਕੀ ਕਰਦੇ ਹਾਂ, ਮੰਨ ਲਓ ਏਪੀ ਦਾ ਜਿਹੜਾ ਸਾਡੇ ਕੋਲ ਪਹਿਲਾ ਪਦ ਹੈ ਉਹ ਇਹ ਹੈ। ਮੰਨ ਲਓ ਏਪੀ ਦਾ ਪਹਿਲਾ ਪਦ ਬਰਾਬਰ a, ਔਰ ਜਿਹੜਾ ਸਾਂਝਾ ਅੰਤਰ ਹੈ ਉਹਨੂੰ ਅਸੀਂ d ਮੰਨ ਲੈਂਦੇ ਹਾਂ। ਸਾਂਝਾ ਅੰਤਰ ਬਰਾਬਰ d। ਠੀਕ ਹੈ, ਤੋ ਇਸੇ ਢੰਗ ਦੇ ਨਾਲ ਇਹਦੀ ਜਿਹੜੀ ਫਿਰ nਵਾਂ ਪਦ ਹੈ, nth ਟਰਮ, ਉਹ ਸਾਡੇ ਕੋਲ ਕੀ ਹੋ ਜਾਏਗੀ, ਜਾਂ ਆਪਾਂ ਐਵੇਂ ਸਾਰੇ, ਸੋ ਜਿਹੜੀ ਏਪੀ ਹੈ ਉਹ ਸਾਡੇ ਕੋਲ ਕੀ ਬਣ ਜਾਏਗੀ, ਏਪੀ ਸਾਡੇ ਕੋਲ ਬਣੇਗੀ, ਪਹਿਲਾ ਪਦ ਸਾਡੇ ਕੋਲ a ਆਏਗਾ, दूसरा पद की बनेगा a जमा d, तीसरा पद बनेगा a जमा 2d। ठीक है, ਔਰ ਇਸੇ ਢੰਗ ਦੇ ਨਾਲ ਜਦੋਂ ਅਸੀਂ ਅੱਗੇ ਪਦ ਲਿਖਦੇ ਜਾਵਾਂਗੇ ਤਾਂ ਸੈਕੰਡ ਲਾਸਟ ਜਿਹੜਾ ਸਾਡੇ ਕੋਲ ਪਦ ਹੈ ਉਹ ਬਣ ਜਾਏਗਾ a plus n minus 2d, ਔਰ nਵਾਂ ਪਦ ਹੈ ਜਿਹੜਾ ਸਾਡੇ ਕੋਲ ਇਸ ਏਪੀ ਦਾ ਉਹ ਬਣੇਗਾ a plus n minus 1d। ਠੀਕ ਹੈ, ਸਾਨੂੰ ਪਤਾ ਹੈ ਕਿ ਇਹ ਸਾਡੇ ਕੋਲ ਜਿਹੜਾ nਵਾਂ ਪਦ ਹੁੰਦਾ ਹੈ ਏਪੀ ਦਾ। तो इस तो पहला वाला पद ਜਿਹੜਾ ਉਹਦੇ ਚ n ਦੀ ਕੀਮਤ ਜਿਹੜੀ ਆ ਸਾਡੇ ਕੋਲ ਉਹ ਅਗਰ ਇੱਥੇ n-1 ਹੈ ਤਾਂ ਇੱਥੇ ਸਾਡੇ ਕੋਲ n-2 ਆਏਗਾ। ਠੀਕ, ਸੋ ਇਸ ਏਪੀ ਦੇ ਸਾਰੇ ਪਦ ਜਿਹੜੇ ਸਾਡੇ ਕੋਲ ਪਹਿਲੇ n ਲਿਖੇ ਨੇ, ਇਹਨਾਂ ਦਾ ਹੁਣ ਜੋੜਫਲ ਪਤਾ ਕਰਨ ਦਾ ਸੂਤਰ ਆਪਾਂ ਪਤਾ ਕਰਨਾ ਹੈ, ਬਣਾਉਣਾ ਹੈ। ਠੀਕ ਹੈ, ਤਾਂ ਮੰਨ ਲਓ ਏਪੀ ਦੇ ਪਹਿਲੇ n ਪਦਾਂ ਦਾ ਜੋੜਫਲ ਜਿਹੜਾ ਉਹ ਸਾਡੇ ਕੋਲ s ਹੈ। ਮੰਨ ਲਓ ਏਪੀ ਦੇ ਪਹਿਲੇ n ਪਦਾਂ ਦਾ ਜੋੜਫਲ, n ਪਦਾਂ ਦਾ ਜੋੜਫਲ s ਹੈ। ठीक है, तो s ਸਾਡੇ ਕੋਲ s ਦੀ ਕੀਮਤ ਕੀ ਬਣ ਜਾਏਗੀ, s ਸਾਡੇ ਕੋਲ ਬਣੇਗਾ s ਬਰਾਬਰ a ਪਹਿਲਾ ਪਦ ਜਮਾ a ਜਮਾ d, ਇਹ ਸਾਡੇ ਕੋਲ ਦੂਸਰਾ ਪਦ ਹੋ ਗਿਆ। ਠੀਕ ਹੈ, ਇਸੇ ਢੰਗ ਦੇ ਨਾਲ ਜਦੋਂ ਅਸੀਂ ਅੱਗੇ ਵਧਦੇ ਜਾਵਾਂਗੇ ਤਾਂ ਸਾਡੇ ਕੋਲ ਸੈਕੰਡ ਲਾਸਟ ਪਦ ਹੈ ਜਿਹੜਾ ਉਹ ਕੀ ਬਣ ਜਾਏਗਾ a plus n ਘਟਾਓ a plus n minus 2d। ਠੀਕ, ਔਰ nth ਪਦ ਹੈ ਜਿਹੜਾ nਵਾਂ ਪਦ ਹੈ, nth ਟਰਮ, ਉਹ ਸਾਡੇ ਕੋਲ ਬਣ ਜਾਏਗੀ a plus n minus 1d। ਠੀਕ ਹੈ, ਤਾਂ ਹੁਣ ਅਸੀਂ ਕੀ ਕਰਨਾ, ਬਿਲਕੁਲ ਉਸੇ ਢੰਗ ਦੇ ਨਾਲ ਜਿਵੇਂ ਗੌਸ ਨੇ ਕੀਤਾ ਸੀ, ਅਸੀਂ ਇਹ ਸਾਰੇ ਜਿਹੜੇ ਪਦ ਨੇ ਉਹਨਾਂ ਦਾ ਜਿਹੜਾ ਕ੍ਰਮ ਹੈ ਉਹ ਅਸੀਂ ਬਦਲ ਦਿਆਂਗੇ। ਭਾਵ ਕਿ ਜਿਹੜਾ ਪਹਿਲਾ ਪਦ ਹੈ ਸਾਡੇ ਕੋਲ ਫਰਸਟ ਟਰਮ ਹੈ, ਇਹਨੂੰ ਆਪਾਂ ਅਖੀਰ ਤੇ ਲੈ ਜਾਵਾਂਗੇ, ਔਰ ਜਿਹੜਾ ਆਖਰੀ ਪਦ ਹੈ ਸਾਡੇ ਕੋਲ ਉਹਨੂੰ ਅਸੀਂ ਸਭ ਤੋਂ ਪਹਿਲਾਂ ਲਿਖ ਲਾਂਗੇ। ਠੀਕ ਹੈ, ਤਾਂ ਆਪਾਂ ਇੱਥੇ ਲਿਖ ਲੈਂਦੇ ਹਾਂ ਸਾਰੇ ਪਦਾਂ ਦੀ ਤਰਤੀਬ ਨੂੰ ਉਲਟਾਉਣ ਤੇ। ਸਾਰੇ ਪਦਾਂ ਦੀ ਤਰਤੀਬ ਨੂੰ ਉਲਟਾਉਣ ਤੇ। ਹਾਂਜੀ, ਤਾਂ ਸਾਨੂੰ ਕੀ ਪ੍ਰਾਪਤ ਹੁੰਦਾ ਹੈ, s ਬਰਾਬਰ ਆਖਰੀ ਪਦ ਨੂੰ ਆਪਾਂ ਲਿਖਾਂਗੇ ਸਭ ਤੋਂ ਪਹਿਲਾਂ, ਇਹ ਸਾਡੇ ਕੋਲ ਬਣ ਜਾਏਗਾ a plus n minus 1d। ਉਸ ਤੋਂ ਬਾਅਦ ਜਿਹੜਾ ਸੈਕਿੰਡ ਲਾਸਟ ਪਦ ਸੀ ਉਹਨੂੰ ਅਸੀਂ ਦੂਜੇ ਨੰਬਰ ਤੇ ਲਿਖ ਲਾਂਗੇ a plus n minus 2d। ਠੀਕ ਹੈ, ਔਰ ਇਸੇ ਤਰ੍ਹਾਂ ਜਿਹੜੀ ਸਾਡੇ ਕੋਲ ਦੂਜੇ ਨੰਬਰ ਤੇ ਜੋ ਸਾਡੇ ਕੋਲ ਪਦ ਸੀ ਇਹਦੇ ਵਿੱਚ ਪਹਿਲੀ ਸਮੀਕਰਨ ਦੇ ਵਿੱਚ, ਉਹ ਸਾਡੇ ਕੋਲ ਇੱਥੇ ਚਲੇ ਜਾਏਗਾ a ਜਮਾ d, ਔਰ ਜਿਹੜਾ ਸਾਡੇ ਕੋਲ ਪਹਿਲੀ ਸਮੀਕਰਨ ਦੇ ਵਿੱਚ, ਪਿਛਲੀ ਸਮੀਕਰਨ ਦੇ ਵਿੱਚ ਪਹਿਲਾ ਪਦ ਸੀ ਉਹ ਇੱਥੇ ਅਖੀਰ ਦੇ ਵਿੱਚ ਸਾਡੇ ਕੋਲ ਇਹ ਆ ਜਾਏਗਾ। ਠੀਕ, ਤਾਂ ਇਹ ਸਾਡੇ ਕੋਲ ਸਮੀਕਰਨ ਨੰਬਰ 1 ਇਹਨੂੰ ਅਸੀਂ ਮੰਨ ਲੈਂਦੇ ਹਾਂ, ਔਰ ਇਹ ਸਾਡੇ ਕੋਲ ਸਮੀਕਰਨ ਨੰਬਰ ਜਿਹੜਾ 2 ਇਹਨੂੰ ਆਪਾਂ ਦੇ ਲੈਂਦੇ। ਠੀਕ ਹੈ,
तो इस तो बाद हुण असीं की करना है, समीकरण 1 ਅਤੇ 2 ਦੇ ਜਿਹੜੇ ਸੰਗਤ ਪਦ ਨੇ ਉਹ ਸਾਰੇ ਅਸੀਂ ਉਹਨਾਂ ਨੂੰ ਜੋੜਨ ਤੇ ਦੇਖਦੇ ਹਾਂ ਅੱਗੇ ਸਾਡੇ ਕੋਲ ਕੀ ਬਣਦਾ ਹੈ। ਜਿਵੇਂ ਗੌਸ ਨੇ ਜੋ ਤਰਕੀਬ ਵਰਤੀ ਸੀ ਬਿਲਕੁਲ ਉਸੇ ਢੰਗ ਦੇ ਨਾਲ ਆਪਾਂ ਚੱਲ ਰਹੇ ਹਾਂ। ਹਾਂਜੀ, ਤੇ ਸਮੀਕਰਨ 1 ਅਤੇ ਸਮੀਕਰਨ 2 ਨੂੰ ਪਦਾਂ ਅਨੁਸਾਰ ਜੋੜਨ ਤੇ ਸਮੀਕਰਨ 1 ਅਤੇ 2 ਨੂੰ ਪਦਾਂ ਅਨੁਸਾਰ ਜੋੜਨ ਤੇ ਹਾਂਜੀ। ਤੋ 1 ਅਤੇ 2 ਨੂੰ ਸਮੀਕਰਨ ਜਦੋਂ 1 ਅਤੇ 2 ਸਮੀਕਰਨ ਨੂੰ ਜਦੋਂ ਅਸੀਂ ਜੋੜਾਂਗੇ ਖੱਬੇ ਪਾਸੇ ਆਪਾਂ ਦੇਖ ਸਕਦੇ ਹਾਂ ਸਾਡੇ ਕੋਲ ਜਿਹੜਾ s ਜਮਾ s ਹੈ ਉਹ ਤਾਂ 2s ਹੋ ਜਾਏਗਾ, ਠੀਕ ਹੈ। ਔਰ ਸੱਜੇ ਪਾਸੇ ਸਾਡੇ ਕੋਲ ਜਿਹੜਾ ਪਹਿਲਾ ਪਦ ਹੈ ਪਹਿਲੀ ਸਮੀਕਰਨ ਦੇ ਵਿੱਚ ਉਹ a ਹੈ ਔਰ ਦੂਸਰੀ ਸਮੀਕਰਨ ਦੇ ਵਿੱਚ ਜਿਹੜਾ ਪਹਿਲਾ ਪਦ ਹੈ ਉਹ ਸਾਡੇ ਕੋਲ a ਜਮਾ n-1 d ਹੈ। ਤੋ ਇਹਨੂੰ ਅਸੀਂ ਜੋੜਾਂਗੇ। ਫਰਸਟ ਪਹਿਲਾ ਪਦ ਸਾਡੇ ਕੋਲ a ਆ ਜਾਏਗਾ, ਦੂਸਰੇ ਦਾ a ਜਮਾ n-1 d, ਠੀਕ। ਤੋ ਇਸੇ ਤਰ੍ਹਾਂ ਦੂਜੇ ਦੇ ਵਿੱਚ ਆਪਾਂ ਗੱਲ ਕਰੀਏ, ਦੂਸਰਾ ਪਦ ਜਿਹੜਾ ਸਾਡੇ ਕੋਲ ਪਹਿਲੀ ਸਮੀਕਰਨ ਦਾ ਹੈ ਉਹ a ਜਮਾ d ਹੈ ਔਰ ਦੂਸਰਾ ਪਦ ਜਿਹੜਾ ਸਾਡੇ ਕੋਲ ਦੂਜੀ ਸਮੀਕਰਨ ਦਾ ਹੈ ਉਹ ਇਹ ਵਾਲਾ ਹੈ a ਜਮਾ n ਘਟਾਓ 2 d, ਠੀਕ ਹੈ, n-2d। ਇਸ ਤੋਂ ਬਾਅਦ ਕੰਟੀਨਿਊਸਲੀ ਆਪਾਂ ਲਾਸਟ ਵਾਲੀਆਂ ਦੋ ਜਿਹੜੀਆਂ ਟਰਮਸ ਨੇ ਉਹ ਲਿਖਾਂਗੇ। ਤੋ ਆਖਰੀ ਜਿਹੜੀਆਂ ਸਾਡੇ ਕੋਲ ਟਰਮਸ ਨੇ ਪਹਿਲੇ ਦੇ ਵਿੱਚ ਸਾਡੇ ਕੋਲ ਸਮੀਕਰਨ ਦੇ ਵਿੱਚ ਇਹ ਵਾਲਾ ਪਦ ਹੈ a plus n-2d, ਠੀਕ ਹੈ। ਔਰ ਦੂਸਰੀ ਸਮੀਕਰਨ ਦਾ ਜਿਹੜਾ ਆਖਰੀ ਦੂਸਰੀ ਸਮੀਕਰਨ ਦਾ ਜਿਹੜਾ ਪਦ ਹੈ ਉਹ ਅਸੀਂ ਇਹ ਵਾਲਾ ਪਦ ਲੈਣਾ ਹੈ a ਜਮਾ d, ਠੀਕ ਹੈ। ਤੋ ਇਸੇ ਢੰਗ ਦੇ ਨਾਲ ਆਖਰੀ ਪਦ ਜਿਹੜਾ ਸਾਡੇ ਕੋਲ ਉਹ ਕੀ ਬਚਦਾ ਹੈ, ਪਹਿਲੀ ਸਮੀਕਰਨ ਦਾ ਆਖਰੀ ਪਦ ਹੈ a ਜਮਾ n ਘਟਾਓ 1d, a plus n-1d ਔਰ ਦੂਸਰੀ ਸਮੀਕਰਨ ਦਾ ਆਖਰੀ ਜਿਹੜੀ ਟਰਮ ਹੈ ਆਖਰੀ ਪਦ ਹੈ ਉਹ ਸਾਡੇ ਕੋਲ a ਹੈ, ਠੀਕ ਹੈ। ਤੋ ਇਸ ਢੰਗ ਦੇ ਨਾਲ ਆਪਾਂ ਜਿਹੜੀਆਂ ਕੋਰਸਪੋਂਡਿੰਗ ਟਰਮ ਸੀ ਸੰਗਤ ਪਦ ਸੀਗੇ ਉਹਨਾਂ ਨੂੰ ਆਪਾਂ ਜੋੜ ਲਿਆ। ਤੋ ਇਹਨਾਂ ਦਾ ਜੋੜ ਕਰਨ ਤੋਂ ਹੁਣ ਅੱਗੇ ਅਸੀਂ ਬ੍ਰੈਕਟ ਦੇ ਅੰਦਰ ਸੋਲਵ ਕਰਕੇ ਦੇਖਦੇ ਹਾਂ ਕੀ ਸਾਡੇ ਕੋਲ ਬਣਦਾ ਹੈ। ਹਾਂਜੀ, ਤੋ ਖੱਬੇ ਪਾਸੇ ਦਾ ਸਾਡੇ ਕੋਲ ਜਿਹੜਾ 2s ਹੈ 2s ਹੀ ਰਹੇਗਾ ਔਰ ਸੱਜੇ ਪਾਸੇ ਅਸੀਂ ਦੇਖਦੇ ਹਾਂ ਫਰਸਟ ਜਿਹੜੀ ਪਹਿਲੀ ਬ੍ਰੈਕਟ ਹੈ ਇਹਨੂੰ ਹੱਲ ਕਰਨ ਤੇ ਇਹ ਸਾਡੇ ਕੋਲ ਬਣ ਜਾਏਗਾ 2a plus n-1d, ਠੀਕ ਹੈ। ਔਰ ਦੂਸਰੀ ਬ੍ਰੈਕਟ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਇਹ ਸਾਡੇ ਕੋਲ a ਜਮਾ a ਇਹ ਸਾਡੇ ਕੋਲ 2a ਹੋ ਜਾਏਗਾ, ਠੀਕ ਹੈ। ਪਲੱਸ ਹੁਣ ਇਹ d ਹੈ ਔਰ ਇਸ ਪੂਰੀ ਟਰਮ ਦੇ ਵਿੱਚ ਵੀ ਸਾਡੇ ਕੋਲ ਇੱਕ d ਹੈ। ਤੋ ਇਹਦੇ ਵਿੱਚੋਂ ਅਗਰ ਅਸੀਂ d ਨੂੰ ਸਾਂਝਾ ਕੱਢ ਲਈਏ ਤਾਂ ਸਾਡੇ ਕੋਲ ਪਹਿਲੀ d ਦੀ ਜਗ੍ਹਾ ਤੇ ਇੱਥੇ 1 ਬਚੇਗਾ ਔਰ ਦੂਸਰੀ ਸਮੀਕਰਨ ਵਿੱਚ ਸਾਡੇ ਕੋਲ n ਘਟਾਓ 2 ਬਣੇਗਾ n-2 ਔਰ d ਨੂੰ ਅਸੀਂ ਕਾਮਨ ਬਾਹਰ ਲਿਖ ਲਾਂਗੇ, ਠੀਕ ਹੈ। ਇਹ ਚੀਜ਼ ਨੂੰ ਬਿਲਕੁਲ ਧਿਆਨ ਦੇ ਨਾਲ ਦੇਖ ਲੈਣਾ ਤੁਸੀਂ ਕਿ ਇਹ ਵਾਲੀ d ਕਿ ਇਸ ਟਰਮ ਦੇ ਵਿੱਚੋਂ d ਦੇ ਵਿੱਚੋਂ ਔਰ ਇਸ ਟਰਮ ਦੇ ਵਿੱਚੋਂ ਆਪਾਂ d ਨੂੰ ਜਿਹੜਾ ਸਾਂਝਾ ਲਿਆ, ਜਦੋਂ ਇਹਦੇ ਵਿੱਚੋਂ ਫਰਸਟ ਟਰਮ ਚੋਂ d ਸਾਂਝਾ ਲਿਆ ਤਾਂ ਉੱਥੇ ਸਾਡੇ ਕੋਲ 1 ਬਚਿਆ, ਠੀਕ ਹੈ। ਔਰ ਦੂਜੀ ਸਮੀਕਰਨ ਦੇ ਵਿੱਚੋਂ ਜਦੋਂ ਅਸੀਂ d ਨੂੰ ਲਿਆ ਬਾਹਰ ਤੇ ਸਾਡੇ ਕੋਲ ਜਿਹੜਾ n ਘਟਾਓ 2 ਸਾਡੇ ਕੋਲ ਉਹ ਬਚ ਗਿਆ, ਠੀਕ ਹੈ ਜੀ। ਤੋ ਇਸੇ ਢੰਗ ਦੇ ਨਾਲ ਚਲਦੇ ਚਲਦੇ ਇਹਨੂੰ ਆਪਾਂ ਸਿੰਪਲੀਫਾਈ ਕਰਦੇ ਹਾਂ। ਇਹਦੇ ਵਿੱਚ ਵੀ ਸਾਡੇ ਕੋਲ ਜਿਹੜਾ a ਜਮਾ a ਇੱਕ ਹੀ ਹੋ ਜਾਏਗਾ 2a ਔਰ ਪਲੱਸ ਇਹ ਫਿਰ ਉਸੇ ਢੰਗ ਦੇ ਨਾਲ ਇਸ ਵਾਲੀ ਇਸ ਵਾਲੀ ਟਰਮ ਤੇ ਇਸ ਵਾਲੀ ਟਰਮ ਦੇ ਵਿੱਚੋਂ ਆਪਾਂ d ਨੂੰ ਸਾਂਝਾ ਕੱਢ ਲਾਂਗੇ, ਸਾਡੇ ਕੋਲ ਬਣੇਗਾ n ਘਟਾਓ 2 n-2 plus 1 d, ਠੀਕ ਹੈ। ਔਰ ਆਖਰੀ ਜਿਹੜੀ ਟਰਮ ਹੈ ਇਹਦੇ ਵਿੱਚ ਵੀ ਸਾਡੇ ਕੋਲ ਕੀ ਬਣਦਾ ਹੈ a ਜਮਾ a ਜਿਹੜਾ ਹੈ 2a ਹੋ ਜਾਏਗਾ ਔਰ ਨਾਲ ਸਾਡੇ ਕੋਲ ਪਲੱਸ n-1 d ਜਿਹੜਾ ਉਹ ਬਣ ਜਾਂਦਾ ਹੈ, ਠੀਕ। ਤੋ ਇਹਨਾਂ ਨੂੰ ਫਿਰ ਆਪਾਂ ਫਰਦਰ ਜਿਹੜਾ ਅੱਗੇ ਸੋਲਵ ਕਰਦੇ ਹਾਂ ਤਾਂ ਇਹ ਬਣੇਗਾ ਸਾਡੇ ਕੋਲ ਫਰਸਟ ਟਰਮ ਤਾਂ ਪਹਿਲਾਂ ਹੀ ਬਣ ਚੁੱਕੀ ਹੈ ਆਪਣੇ ਕੋਲ ਔਰ ਦੂਸਰੇ ਪਦ ਨੂੰ ਅਸੀਂ ਦੂਸਰੀ ਬ੍ਰੈਕਟ ਨੂੰ ਦੇਖਦੇ ਹਾਂ ਇਹਦੇ ਵਿੱਚ ਵੀ ਸਾਡੇ ਕੋਲ 2a ਹੈ, ਠੀਕ ਹੈ। ਪਲੱਸ ਤੋ ਇਹਦੇ ਵਿੱਚ 1 plus n-2 ਹੈ। ਤੋ 1 ਦੇ ਵਿੱਚੋਂ ਜਦੋਂ ਅਸੀਂ 2 ਨੂੰ ਘਟਾਵਾਂਗੇ ਉਹ ਸਾਡੇ ਕੋਲ -1 ਬਣੇਗਾ, ਤੋ ਇਹ ਵੀ ਮੇਰੇ ਕੋਲ n ਘਟਾਓ 1d ਬਣ ਜਾਏਗਾ, ਠੀਕ। ਤੋ ਇਸੇ ਢੰਗ ਦੇ ਨਾਲ ਅੱਗੇ ਚੱਲਦੇ ਜਾਂਦੇ ਹਾਂ ਤਾਂ ਸਾਡੇ ਕੋਲ ਇਹ ਜਿਹੜੀ ਸੈਕੰਡ ਲਾਸਟ ਟਰਮ ਹੈ
ਉਹ ਵੀ ਸਾਡੇ ਕੋਲ 2a ਜਮਾ n ਘਟਾਓ 1d ਬਣ ਜਾਏਗੀ ਔਰ ਆਖਰੀ ਟਰਮ ਵੀ ਜਿਹੜੀ ਸਾਡੇ ਕੋਲ ਆਖਰੀ ਬ੍ਰੈਕਟ ਦੇ ਵਿੱਚ ਜੋ ਐਕਸਪ੍ਰੈਸ਼ਨ ਹੈ ਉਹ ਵੀ ਸਾਡੇ ਕੋਲ 2a plus n minus 1d ਬਣ ਜਾਂਦਾ ਹੈ। ਠੀਕ ਹੈ ਜੀ। ਸੋ ਇਹ ਸਾਡੇ ਕੋਲ ਹੈ ਕੀਮਤ ਸਾਰੀ 2s ਦੇ ਬਰਾਬਰ। ਠੀਕ ਹੈ। ਤਾਂ ਹੁਣ ਅਸੀਂ ਦੇਖ ਸਕਦੇ ਹਾਂ ਸਾਡੇ ਕੋਲ ਇਹ ਬ੍ਰੈਕਟ ਦੇ ਵਿੱਚ ਜਿਹੜਾ ਐਕਸਪ੍ਰੈਸ਼ਨ ਹੈ ਉਹ ਸੇਮ ਬਣ ਰਿਹਾ 2a plus n minus 1d 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 ਔਰ ਇਹ ਸਾਡੇ ਕੋਲ ਕਿੰਨੀ ਵਾਰ ਬਣਿਆ n ਵਾਰ। ਠੀਕ ਹੈ। ਕਿਉਂਕਿ ਸਾਡੇ ਕੋਲ ਜਿਹੜੀਆਂ ਟੋਟਲ ਟਰਮ ਸੀਗੀਆਂ ਟੋਟਲ ਪਦ ਸੀ ਏਪੀ ਦੇ ਉਹ ਸਾਡੇ ਕੋਲ n ਸੀ ਤਾਂ ਇਹ ਜਿਹੜਾ ਐਕਸਪ੍ਰੈਸ਼ਨ ਹੈ ਸਾਡੇ ਕੋਲ n ਵਾਰ ਆਉਂਦਾ ਹੈ। ਤਾਂ ਜਿਵੇਂ ਆਪਾਂ ਪਿਛਲੇ ਜਿਵੇਂ ਗੌਸ ਨੇ ਕੀਤਾ ਸੀ 101 ਨੂੰ 101 ਅਗਰ 100 ਵਾਰ ਆ ਰਿਹਾ ਸੀ ਤਾਂ ਉਹਨੇ 101 ਨੂੰ 100 ਨਾਲ ਗੁਣਾ ਕਰ ਲਿਆ ਸੀ। ਇਸੇ ਢੰਗ ਦੇ ਨਾਲ ਇਹ ਐਕਸਪ੍ਰੈਸ਼ਨ ਜਿਹੜਾ ਸਾਡੇ ਕੋਲ n ਵਾਰ ਆ ਰਿਹਾ n ਟਾਈਮਸ ਆ ਰਿਹਾ ਤਾਂ ਆਪਾਂ ਇਹਨੂੰ n ਦੇ ਨਾਲ ਗੁਣਾ ਕਰਾਂਗੇ ਤਾਂ ਇਹ ਸਾਡੇ ਕੋਲ ਬਣ ਜਾਏਗਾ n ਗੁਣਾ 2a plus n minus 1d। ਠੀਕ ਹੈ। ਇੱਥੋਂ ਹੁਣ ਅਸੀਂ s ਦੀ ਕੀਮਤ ਜਿਹੜੀ ਹੈ ਪਤਾ ਕਰਨੀ ਹੈ ਬਿਲਕੁਲ ਉਸੇ ਢੰਗ ਦੇ ਨਾਲ s ਦੀ ਕੀਮਤ ਸਾਡੇ ਕੋਲ ਕੀ ਆਏਗੀ 2 ਨੂੰ ਅਸੀਂ ਦੂਜੇ ਪਾਸੇ ਜਿਹੜਾ ਉਹ ਭਾਗ ਕਰ ਦਾਂਗੇ ਬਣ ਜਾਏਗਾ n ਵਟਾ 2 ਬ੍ਰੈਕਟ ਦੇ ਵਿੱਚ ਸਾਡੇ ਕੋਲ ਆਏਗਾ 2a plus n minus 1d। ਠੀਕ ਹੈ ਜੀ। ਤਾਂ ਇਹ ਜਿਹੜਾ ਸਾਡੇ ਕੋਲ ਸੂਤਰ ਹੈ ਜੋ ਸਾਡੇ ਕੋਲ ਇਹ ਲਾਸਟ ਦੇ ਵਿੱਚ ਐਕਸਪ੍ਰੈਸ਼ਨ ਬਣਿਆ ਇਹ ਸਾਡੇ ਕੋਲ s ਦੀ ਕੀਮਤ ਹੈ ਔਰ s ਅਸੀਂ ਸਟਾਰਟਿੰਗ ਦੇ ਵਿੱਚ ਕੀ ਮੰਨ ਕੇ ਆਏ ਸੀ ਕਿ ਮੰਨ ਲਓ s ਜਿਹੜਾ ਹੈ ਉਹ ap ਦੇ ਪਹਿਲੇ n ਪਦਾਂ ਦਾ ਜੋੜਫਲ ਹੈ। ਸੋ ਇਹ ਜਿਹੜਾ ਸਾਡੇ ਕੋਲ ਇਹ ਸੂਤਰ ਹੈ ਲੋੜੀਂਦਾ ਸੂਤਰ। ਠੀਕ ਹੈ ਜੀ। ਤਾਂ ਇਹ ਸਾਡੇ ਕੋਲ ਕੀ ਬਣ ਜਾਂਦਾ ਹੈ ap ਦੇ ਪਹਿਲੇ n ਪਦਾਂ ਦਾ ਜੋੜਫਲ ਪਤਾ ਕਰਨ ਲਈ ਲੋੜੀਂਦਾ ਸੂਤਰ। ਜੋੜਫਲ ਪਤਾ ਕਰਨ ਲਈ ਲੋੜੀਂਦਾ ਸੂਤਰ। ਸੋ ਬੱਚਿਓ ਇਹ ਜਿਹੜਾ ਫਾਰਮੂਲਾ ਹੈ ਸਾਡੇ ਕੋਲ ਇਸ ਦਾ 6 ਨੰਬਰ ਦਾ ਸਵਾਲ ਜਿਹੜਾ ਇਸ ਟੌਪਿਕ ਦੇ ਵਿੱਚੋਂ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ। ਠੀਕ ਹੈ। ਤਾਂ ਇਹਨੂੰ ਅਸੀਂ ਇਸ ਢੰਗ ਦੇ ਨਾਲ ਇੱਥੇ n ਲਿਖ ਲੈਂਦੇ ਹਾਂ। ਠੀਕ ਹੈ। SN ਦਾ ਭਾਵ ਹੈ ਕਿ ਪਹਿਲੀਆਂ n ਟਰਮਸ ਦਾ ਪਹਿਲੇ n ਪਦਾਂ ਦਾ ਸਾਡੇ ਕੋਲ ਜਿਹੜਾ ਸੂਤਰ ਹੈ। ਠੀਕ ਹੈ। n ਪਦਾਂ ਦਾ ਜੋੜਫਲ ਹੈ। ਤੋ SN ਬਰਾਬਰ n ਵਟਾ 2 2a ਜਮਾ n minus 1d। ਹੁਣ ਇਹਦੇ 'ਚ ਦੇਖੋ ਅਗਰ ਸਾਨੂੰ ਕਿਸੇ ਵੀ ਅਰਥਮੈਟਿਕ ਪ੍ਰੋਗਰੈਸ਼ਨ ਕਿਸੇ ਵੀ AP ਦੇ ਅੰਕਗਣਿਤਕ ਲੜੀ ਦੀ ਅਗਰ ਤਾਂ ਸਾਨੂੰ ਉਹਦਾ ਇਹ ਪਤਾ ਕਿ ਉਹਦੇ 'ਚ ਟੋਟਲ ਨੰਬਰ ਆਫ ਟਰਮਸ ਕਿੰਨੀਆਂ ਨੇ n ਤੇ ਉਹਦੀ ਫਰਸਟ ਟਰਮ ਕੀ ਹੈ a ਔਰ ਉਹਦਾ ਜਿਹੜਾ ਸਾਂਝਾ ਅੰਤਰ ਹੈ ਉਹ ਸਾਡੇ ਕੋਲ ਕੀ ਹੈ। ਅਗਰ ਇਹ ਤਿੰਨੋਂ ਚੀਜ਼ਾਂ ਸਾਨੂੰ ਪਤਾ ਨੇ ਤਾਂ ਇਹ ਵਾਲਾ ਸੂਤਰ ਜਿਹੜਾ ਯੂਜ਼ ਕਰਕੇ ਪਤਾ ਕਰਕੇ ਅਸੀਂ ਉਸ ਸਮੀਕਰਨ ਦੇ ਵਿੱਚ ਉਸ AP ਦੇ ਪਹਿਲੇ n ਪਦਾਂ ਦਾ ਜਿਹੜਾ ਜੋੜਫਲ ਹੈ ਉਹ ਅਸੀਂ ਪਤਾ ਕਰ ਸਕਦੇ ਹਾਂ। ਠੀਕ ਹੈ। ਇਹਦੇ ਵਿੱਚ ਹੀ ਅਗਰ ਜਿੱਦਾਂ ਮੰਨ ਲਓ ਸਾਨੂੰ ਕਿਹਾ ਹੋਵੇ ਕਿਸੇ ਵੀ AP ਦੇ ਪਹਿਲੇ 10 ਪਦਾਂ ਦਾ ਜੋੜਫਲ ਪਤਾ ਕਰਨਾ ਤਾਂ ਉਹਦੇ ਸੀ n ਦੀ ਜਿਹੜੀ ਕੀਮਤ ਹੈ ਉਹ 10 ਭਰ ਦਿਆਂਗੇ। ਠੀਕ ਹੈ। a ਜੋ ਵੀ ਸਾਨੂੰ ਦਿੱਤਾ ਹੋਏਗਾ ਉਹ ਫਿਲ ਕਰ ਦਾਂਗੇ d ਜੋ ਵੀ ਦਿੱਤਾ ਹੋਏਗਾ ਉਹ ਅਸੀਂ ਉਹਦੇ 'ਚ ਭਰ ਦਿਆਂਗੇ ਤੇ ਸਾਨੂੰ ਪਹਿਲੇ 10 ਪਦਾਂ ਦਾ ਜੋੜਫਲ ਜਿਹੜਾ ਪਤਾ ਚੱਲ ਜਾਏਗਾ। ਠੀਕ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਸੇ ਹੀ ਸੂਤਰ ਦੇ ਵਿੱਚ ਜੇਕਰ ਅਸੀਂ ਜਿਹੜਾ SN ਦਾ ਅਸੀਂ ਫਾਰਮੂਲਾ ਬਣਾਇਆ ਇਹਦੇ ਵਿੱਚ ਜੇਕਰ n ਵਟਾ 2 ਜਿਹੜਾ ਇਹ 2a ਹੈ ਇਹਨੂੰ ਅਗਰ ਅਸੀਂ ਤੋੜ ਕੇ ਲਿਖ ਲਈਏ a ਜਮਾ a ਪਲਸ n minus 1d। ਤੋ ਇਹ ਜਿਹੜਾ ਫਾਰਮੂਲਾ ਹੈ ਇਹ ਵਾਲਾ ਪੋਰਸ਼ਨ ਐਕਸਪ੍ਰੈਸ਼ਨ ਇਹ ਸਾਡੇ ਕੋਲ nth ਟਰਮ ਦਾ ਫਾਰਮੂਲਾ ਹੁੰਦਾ ਹੈ nਵਾਂ ਪਦ। ਠੀਕ ਹੈ। ਸਾਨੂੰ ਪਤਾ ਹੈ ਕਿ ਇਹ n ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਕੀ ਹੁੰਦੀ ਹੈ a plus n minus 1d ਆਪਾਂ ਪਹਿਲਾਂ ਕਰ ਚੁੱਕੇ ਹਾਂ। ਠੀਕ। ਤੋ ਇਹਦੇ ਵਿੱਚ ਮੈਂ ਇੱਥੇ ਇਸੇ ਵਾਲੇ ਐਕਸਪ੍ਰੈਸ਼ਨ ਨੂੰ ਇਹ ਜਿਹੜਾ a plus n minus 1d ਹੈ ਇਹਦੀ ਜਗ੍ਹਾ ਤੇ an ਵੀ ਲਿਖਿਆ ਜਾ ਸਕਦਾ ਹੈ। ਠੀਕ ਹੈ। ਤੋ ਇਹ ਵੀ ਸਾਡੇ ਕੋਲ ਇਸੇ ਹੀ ਫਾਰਮੂਲੇ ਦਾ ਜਿਹੜਾ ਇੱਕ ਹੋਰ ਰੂਪ ਹੈ ਕਿ ਅਗਰ ਸਾਨੂੰ ਕਿਸੇ ਵੀ ਅੰਕਗਣਿਤਕ ਲੜੀ ਦੇ ਵਿੱਚ ਜੇਕਰ ਸਾਨੂੰ n ਦੀ ਕੀਮਤ ਪਤਾ ਹੋਵੇ ਉਹਦੇ 'ਚ ਨੰਬਰ ਆਫ ਟਰਮਸ ਜਿਹੜੀਆਂ ਉਹ ਕਿੰਨੀਆਂ ਨੇ ਪਹਿਲੇ ਪਦ ਦਾ ਸਾਨੂੰ ਪਤਾ ਹੈ ਔਰ nth ਟਰਮ ਦਾ ਵੀ ਸਾਨੂੰ ਪਤਾ ਹੈ nਵੇਂ ਪਦ ਦਾ ਵੀ ਪਤਾ ਹੈ ਤਾਂ ਵੀ ਅਸੀਂ ਉਹਦੇ ਪਹਿਲੇ n ਪਦਾਂ ਦਾ ਜਿਹੜਾ ਜੋੜਫਲ ਹੈ ਉਹ ਪਤਾ ਕਰ ਸਕਦੇ ਹਾਂ। ਠੀਕ ਹੈ। ਜੇ ਕਿਸੇ AP ਦੇ ਵਿੱਚ ਜਿਹੜੀਆਂ ਨੰਬਰ ਆਫ ਟਰਮਸ ਹੈ ਉਹ n ਨੇ ਤਾਂ an ਜਿਹੜੀ ਉਹ ਕੀ ਹੋ ਜਾਏਗੀ ਉਹਦੀ ਲਾਸਟ ਟਰਮ ਹੋ ਜਾਏਗੀ an ਜਿਹੜਾ ਸਾਡੇ ਕੋਲ ਉਹ ਆਖਰੀ ਪਦ ਹੋ ਜਾਏਗਾ। ਠੀਕ ਹੈ। ਤੋ ਜੇਕਰ ਕਿਸੇ ਵੀ AP ਦੇ ਵਿੱਚ ਟੋਟਲ ਨੰਬਰ ਆਫ ਟਰਮਸ ਜਿਹੜੀਆਂ ਨੇ ਟੋਟਲ ਪਦ ਨੇ ਉਹ n ਨੇ ਤਾਂ an ਉਹਦਾ ਆਖਰੀ ਪਦ ਹੋਏਗਾ ਤੇ ਇਹਨੂੰ ਅਸੀਂ l ਵੀ ਲਿਖ ਲੈਂਦੇ ਹਾਂ l ਦਾ ਮਤਲਬ ਲਾਸਟ ਟਰਮ ਜਿਹੜਾ। ਸੋ ਇਸੇ ਫਾਰਮੂਲੇ ਨੂੰ SN ਬਰਾਬਰ n ਵਟਾ 2
ए जमा एल भी लिखिया जा सकता है। ठीक है, वो हुण किहड़ा फॉर्मूला इहदे चों किहड़ा सूत्र असीं यूज़ करना है, किहड़ा सूत्र असीं सवाल नूं हल करन वास्ते वरतना है, ਉਹ ਇਸ ਚੀਜ਼ ਤੇ ਡਿਪੈਂਡ ਕਰਦਾ ਕਿ ਸਾਨੂੰ ਕੁਐਸਚਨ ਦੇ ਵਿੱਚ ਸਵਾਲ ਦੇ ਵਿੱਚ ਜਿਹੜੀਆਂ ਚੀਜ਼ਾਂ ਜੋ ਸਾਨੂੰ ਦਿੱਤਾ ਗਿਆ ਹੈ ਉਹ ਕੀ ਹੈ। ਜੇਕਰ ਸਾਡੇ ਕੋਲ ਨੰਬਰ ਆਫ ਟਰਮਸ ਪਦਾਂ ਦੀ ਗਿਣਤੀ ਸਾਨੂੰ ਪਤਾ ਹੈ, ਪਹਿਲੀ ਪਹਿਲੀ ਟਰਮ ਪਤਾ ਹੈ ਔਰ ਸਾਂਝਾ ਅੰਤਰ ਪਤਾ ਹੈ, ਫਿਰ ਅਸੀਂ ਪਹਿਲਾ ਵਾਲਾ ਫਾਰਮੂਲਾ ਜਿਹੜਾ ਉਹ ਯੂਜ਼ ਕਰਾਂਗੇ। ਠੀਕ ਹੈ, ਜੇ ਸਾਨੂੰ ਉਹਦੇ ਵਿੱਚ ਪਦਾਂ ਦੀ ਗਿਣਤੀ ਪਤਾ ਹੈ, ਪਹਿਲਾ ਪਦ ਵੀ ਪਤਾ ਹੈ ਤੇ ਆਖਰੀ ਪਦ ਵੀ ਪਤਾ ਹੈ, ਫਿਰ ਅਸੀਂ ਇਹ ਵਾਲਾ ਫਾਰਮੂਲਾ ਯੂਜ਼ ਕਰ ਲਾਂਗੇ। ਠੀਕ ਹੈ, ਤੋ ਲੋੜ ਦੇ ਅਨੁਸਾਰ ਹੈ, ਜਿਵੇਂ ਦੀ ਲੋੜ ਹੋਏਗੀ, ਕੁਐਸਚਨ ਦੀ ਜਿਵੇਂ ਦੀ ਡਿਮਾਂਡ ਹੈ, ਉਸ ਢੰਗ ਦੇ ਨਾਲ ਅਸੀਂ ਦੋਨਾਂ ਦੇ ਵਿੱਚੋਂ ਕੋਈ ਵੀ ਸੂਤਰ ਜਿਹੜਾ ਉਹ ਪਤਾ ਕਰ ਸਕਦੇ ਹਾਂ। ਠੀਕ ਹੈ, ਆਓ ਹੁਣ ਅਸੀਂ ਇਹੀ ਸੂਤਰ ਨੂੰ ਯੂਜ਼ ਕਰਕੇ ਕੋਈ ਨਾ ਕੋਈ ਸਵਾਲ ਜਿਹੜਾ ਉਹ ਹੱਲ ਕਰਕੇ ਦੇਖਦੇ ਹਾਂ। ਉਹਦੇ ਨਾਲ ਤੁਹਾਨੂੰ ਹੋਰ ਜ਼ਿਆਦਾ ਬੈਟਰ ਜਿਹੜਾ ਇਹ ਸਮਝ ਜਿਹੜਾ ਆ ਜਾਏਗਾ। ਠੀਕ, ਸੋ ਸਵਾਲ ਸਾਡੇ ਕੋਲ ਹੈ AP 8 3 ਘਟਾਓ 2 ਦੇ ਪਹਿਲੇ 22 ਪਦਾਂ ਦਾ ਜੋੜਫਲ ਪਤਾ ਕਰੋ। ਦੇ ਪਹਿਲੇ 22 ਪਦਾਂ ਦਾ ਜੋੜ ਪਤਾ ਕਰੋ। ਠੀਕ, ਤੋ ਇਸ ਸਵਾਲ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਸਾਨੂੰ ਜੋ ਦਿੱਤਾ ਹੋਇਆ, ਇੱਕ ਤੇ ਸਾਨੂੰ ਇਹ ਪਤਾ ਹੈ ਕਿ ਜਿਹੜੀ ਇਹ ਲੜੀ ਸਾਨੂੰ ਦਿੱਤੀ ਹੋਈ ਹੈ ਉਹ ਅੰਕ ਗਣਿਤਕ ਲੜੀ ਹੈ, AP ਹੈ। ਠੀਕ ਹੈ, ਔਰ ਇਹਦੇ ਵਿੱਚ ਪਹਿਲਾ ਪਦ 3 ਟਰਮ ਸਾਨੂੰ ਦਿੱਤੀਆਂ ਹੋਈਆਂ, ਤੋਂ ਪਹਿਲਾ ਪਦ ਵੀ ਸਾਨੂੰ ਪਤਾ ਹੈ, ਦੂਜਾ ਵੀ ਪਤਾ ਹੈ, ਤੀਜਾ ਵੀ ਪਤਾ ਹੈ। ਇਹਨਾਂ ਤੋਂ ਅਸੀਂ ਸਾਂਝਾ ਅੰਤਰ ਪਤਾ ਕਰ ਸਕਦੇ ਹਾਂ ਔਰ ਟੋਟਲ ਜਿਹੜੇ ਪਦ ਜਿਨ੍ਹਾਂ ਦੀ ਅਸੀਂ ਸੰਖਿਆ ਜੋੜ ਪਤਾ ਕਰਨਾ ਉਹ ਸਾਡੇ ਕੋਲ 22 ਹੈ, ਭਾਵ n ਦੀ ਕੀਮਤ ਜਿਹੜੀ ਉਹ ਵੀ ਸਾਨੂੰ ਪਤਾ ਹੈ। ਤੋ ਇਹਨੂੰ ਆਪਾਂ ਕਿਵੇਂ ਕਰਾਂਗੇ ਹੱਲ। ਹਾਂਜੀ, ਤੋ ਇੱਥੇ ਇਹ ਜਿਹੜਾ ਹੈ ਸਾਡੇ ਕੋਲ ਉਹ ਹੈ 8, ਭਾਵ ਕਿ ਪਹਿਲਾ ਪਦ ਇਹ ਸਾਡੇ ਕੋਲ 8 ਹੈ। ਠੀਕ, ਔਰ D ਦੀ ਕੀਮਤ ਜਿਹੜੀ ਹੈ ਅਸੀਂ ਅਗਰ ਦੇਖੀਏ ਤਾਂ ਉਹ ਸਾਡੇ ਕੋਲ ਬਣਦੀ ਹੈ 3 ਘਟਾਓ 8। 3 ਦੇ ਵਿੱਚੋਂ 8 ਅਸੀਂ ਅਗਰ ਘਟਾਵਾਂਗੇ ਸਾਡੇ ਕੋਲ -5 ਬਣ ਜਾਏਗਾ। ਸੋ D ਜਿਹੜਾ ਸਾਡੇ ਕੋਲ ਉਹ -5, ਭਾਵ ਕਿ ਸਾਂਝਾ ਅੰਤਰ ਜਿਹੜਾ ਉਹ ਸਾਡੇ ਕੋਲ ਘਟਾਓ ਦੇ 5 ਨੇ, ਪਹਿਲਾ ਪਦ ਸਾਡੇ ਕੋਲ 8 ਹੈ। ਠੀਕ ਹੈ, ਔਰ n ਦੀ ਕੀਮਤ ਜਿਹੜੀ ਸਾਨੂੰ ਦਿੱਤੀ ਹੋਈ ਹੈ ਅਤੇ n ਸਾਡੇ ਕੋਲ ਕੀ ਹੈ 22 ਹੈ। ਠੀਕ ਹੈ, 22 ਜਿਹੜਾ ਸਾਨੂੰ ਗਿਵਨ ਦਿੱਤਾ ਹੋਇਆ। ਤੋ ਅਸੀਂ ਜਾਣਦੇ ਹਾਂ ਫਾਰਮੂਲਾ ਜਿਹੜਾ ਅਸੀਂ ਸਭ ਤੋਂ ਪਹਿਲਾਂ ਉਹ ਲਿਖਾਂਗੇ। ਅਸੀਂ ਜਾਣਦੇ ਹਾਂ ਕਿ ਹਾਂਜੀ SN ਦਾ ਫਾਰਮੂਲਾ ਆਪਣੇ ਕੋਲ ਕੀ ਹੁੰਦਾ ਹੈ, SN ਬਰਾਬਰ n/2 2a plus n-1d। ਠੀਕ ਹੈ, ਇਹਦੇ 'ਚ ਆਪਾਂ ਕੀਮਤਾਂ ਜਿਹੜੀਆਂ ਸਾਨੂੰ ਸਵਾਲ ਦੇ ਵਿੱਚ ਦਿੱਤੀਆਂ ਹੋਈਆਂ ਨੇ ਉਹ ਸਾਰੀਆਂ ਅਸੀਂ ਭਰ ਦਿਆਂਗੇ। ਠੀਕ ਹੈ, ਜੋ ਦਿੱਤੀਆਂ ਹੋਈਆਂ ਨੇ ਔਰ ਜੋ ਅਸੀਂ ਪਤਾ ਕੀਤੀਆਂ ਨੇ। ਤੋ n ਦੀ ਕੀਮਤ ਹੈ ਸਾਡੇ ਕੋਲ 22, ਤੋ ਇੱਥੇ ਅਸੀਂ 22 ਲਿਖ ਦਾਂਗੇ, ਭਾਵ ਕਿ S22 ਦਾ ਮਤਲਬ ਕੀ ਹੋਇਆ ਕਿ ਪਹਿਲੇ 22 ਪਦਾਂ ਦਾ ਜੋੜਫਲ ਜਿਹੜਾ ਅਸੀਂ ਪਤਾ ਕਰਨ ਜਾ ਰਹੇ ਹਾਂ। ਤੋ n ਦੀ ਜਗ੍ਹਾ ਤੇ ਸਾਡੇ ਕੋਲ 22 ਆ ਜਾਏਗਾ, 22/2 ਹੋ ਜਾਏਗਾ। ਠੀਕ, ਬ੍ਰੈਕਟ ਦੇ ਅੰਦਰ 2 a ਦੀ ਕੀਮਤ ਜਿਹੜੀ ਉਹ ਸਾਡੇ ਕੋਲ 8 ਹੈ, ਪਲੱਸ ਫਿਰ n ਦੀ ਜਿਹੜੀ ਕੀਮਤ ਹੈ ਉਹ 22 ਅਸੀਂ ਭਰ ਦਾਂਗੇ, 22 ਘਟਾਓ 1, ਔਰ d ਜਿਹੜਾ ਹੈ ਉਹ ਸਾਡੇ ਕੋਲ ਕੀ ਹੈ, ਔਰ d ਦੀ ਕੀਮਤ ਸਾਡੇ ਕੋਲ ਕੀ ਹੈ ਘਟਾਓ ਦੇ 5। ਤੁਸੀਂ ਇੱਕ ਚੀਜ਼ ਦਾ ਖਿਆਲ ਰੱਖਣਾ, ਜਦੋਂ ਵੀ ਸੰਖਿਆ ਜਿਹੜੀ ਕੀਮਤ ਕਿਤੇ ਭਰਨੀ ਹੈ ਉਹਨੂੰ ਬ੍ਰੈਕਟ ਦੇ ਵਿੱਚ ਲਿਖੋਗੇ। ਠੀਕ ਹੈ, ਅਗਰ ਤੁਸੀਂ ਇੱਥੇ ਸਿੱਧਾ ਹੀ ਅਗਰ ਇਹ ਚੀਜ਼ ਲਿਖ ਦਿੰਦੇ ਹੋ 22 ਘਟਾਓ 1 ਤੇ ਨਾਲ ਇੱਥੇ ਘਟਾਓ 5 ਲਿਖ ਦਿੰਦੇ ਹੋ, ਤਾਂ ਉਹਨੂੰ ਜਦੋਂ ਤੁਸੀਂ ਹੱਲ ਕਰੋਗੇ ਤਾਂ ਉਹ ਗੜਬੜ ਹੋ ਜਾਏਗੀ। ਠੀਕ ਹੈ, ਇਸ ਢੰਗ ਦੇ ਨਾਲ ਨਹੀਂ ਲਿਖਣਾ, ਤੁਸੀਂ ਇਹਨੂੰ ਬ੍ਰੈਕਟ ਦੇ ਵਿੱਚ ਪਾ ਕੇ ਐਵੇਂ ਲਿਖਣਾ, ਇਹ ਤੁਹਾਡੇ ਕੋਲ ਸਹੀ ਬਣੇਗਾ। ਠੀਕ, ਹਾਂਜੀ, ਸੋ ਇਹਨੂੰ ਅੱਗੇ ਹੱਲ ਕਰਦੇ ਆਪਾਂ। 22 ਨੂੰ ਜਦੋਂ 2 ਨਾਲ ਭਾਗ ਕਰਾਂਗੇ ਸਾਡੇ ਕੋਲ 11 ਬਚੇਗਾ, ਔਰ 8 ਦੂਣੀ 16 ਹੋ ਜਾਂਦੇ ਨੇ। ਠੀਕ, ਔਰ 22 ਦੇ ਵਿੱਚੋਂ 1 ਘਟਾਵਾਂਗੇ ਤਾਂ ਇਹ ਸਾਡੇ ਕੋਲ 21 ਰਹਿ ਜਾਏਗਾ, ਔਰ ਇਹ 21 ਗੁਣਾ ਘਟਾਓ 5 ਆ ਜਾਏਗਾ ਸਾਨੂੰ। ਠੀਕ ਹੈ, ਤੋ ਅੱਗੇ ਇਸ ਤੋਂ ਆਪਾਂ ਹੱਲ ਕਰਾਂਗੇ ਜਦੋਂ, ਇਹ ਸਾਡੇ ਕੋਲ ਬਣ ਜਾਏਗਾ 11 ਬ੍ਰੈਕਟ ਦੇ ਅੰਦਰ 16। ਠੀਕ ਹੈ, ਤੋ 21 ਸਾਡੇ ਕੋਲ ਜਿਹੜੇ ਨੇ ਉਹ ਜਮਾ ਦੇ ਨੇ, 5 ਸਾਡੇ ਕੋਲ ਘਟਾਓ ਦੇ ਨੇ, 21 ਪੰਜਾ ਸਾਡੇ ਕੋਲ 105 ਹੋ ਜਾਣਗੇ, ਔਰ ਜਿਹੜਾ ਸਾਡੇ ਕੋਲ ਇਹ ਸਾਈਨ ਹੈ ਉਹ ਕੀ ਆਏਗਾ, ਉਹ ਘਟਾਓ ਦਾ ਆਏਗਾ, ਕਿਉਂਕਿ ਬਾਹਰ ਸਾਡੇ ਕੋਲ ਇੱਥੇ ਪਲੱਸ ਦਾ ਨਿਸ਼ਾਨ ਹੈ, ਅੰਦਰ ਸਾਡੇ ਕੋਲ ਘਟਾਓ ਦਾ ਪਲੱਸ ਮਾਈਨਸ ਹੋ ਜਾਏਗਾ। ਤੋ ਇਹ ਆਪਣੇ ਕੋਲ ਬਣ ਜਾਏਗਾ
तो ये अपने कोल की बन जाएगा 11। हाँ जी 16 ਦੇ ਵਿੱਚੋਂ ਜਦੋਂ ਅਸੀਂ 105 ਨੂੰ ਘਟਾਵਾਂਗੇ ਤਾਂ ਇਹ ਸਾਡੇ ਕੋਲ ਬਣੇਗਾ ਘਟਾਓ ਦੇ 99 -89। ਠੀਕ ਹੈ ਕਿਉਂਕਿ 16 ਜਮਾ ਦੇ ਨੇ 105 ਘਟਾਓ ਦੇ ਨੇ ਤਾਂ 105 ਦੇ ਵਿੱਚੋਂ 16 ਤਾਂ ਅਸੀਂ ਘਟਾਵਾਂਗੇ ਬਟ ਸਾਈਨ ਜਿਹੜਾ ਸਾਡੇ ਕੋਲ ਇਹ ਨਿਸ਼ਾਨ ਹੈ ਅੱਗੇ ਉਹ ਕੀ ਆਏਗਾ ਉਹ ਆਏਗਾ ਜਿਹੜਾ ਵੱਡੀ ਸੰਖਿਆ ਦੇ ਅੱਗੇ ਭਾਵ 105 ਦੇ ਅੱਗੇ ਹੈ ਤਾਂ ਇਹ ਘਟਾਓ ਦੇ 99 ਜਿਹੜਾ ਸਾਡੇ ਕੋਲ ਬਣ ਜਾਂਦਾ ਹੈ। ਤਾਂ 11 ਨੂੰ ਜਦੋਂ ਅਸੀਂ 99 ਦੇ ਨਾਲ ਗੁਣਾ ਕਰਾਂਗੇ ਇੱਕ ਤੇ ਦੇਖੋ 11 ਜਿਹੜਾ ਸਾਡੇ ਕੋਲ ਜਮਾ ਦਾ ਹੈ ਤਾਂ ਇਹ 99 ਸਾਡੇ ਕੋਲ ਘਟਾਓ ਦਾ ਹੈ ਸਾਈਨ ਸਾਡੇ ਕੋਲ ਜਿਹੜਾ ਘਟਾਓ ਦਾ ਆਏਗਾ 99 ਨੂੰ ਅਸੀਂ 11 ਦੇ ਨਾਲ ਗੁਣਾ ਕਰਕੇ ਦੇਖ ਲੈਂਦੇ ਹਾਂ ਇਹ ਸਾਡੇ ਕੋਲ 9 8 ਫਿਰ ਸਾਡੇ ਕੋਲ ਗੁਣਾ ਫਿਰ ਇੱਕ ਨਾਲ ਗੁਣਾ ਕਰਾਂਗੇ ਤੇ 9 8 ਆਏਗਾ ਠੀਕ तो 9 8 ਤੇ 9 ਜਿਹੜੇ ਸਾਡੇ ਕੋਲ 17 ਹੁੰਦੇ ਨੇ ਇੱਕ ਹਾਸਲ ਤੇ 8 ਤੇ 1 ਜਿਹੜਾ 9 ਬਣ ਜਾਏਗਾ 979 ਠੀਕ ਹੈ। ਸੋ ਇਸ ਤਰ੍ਹਾਂ ਜਿਹੜਾ ਸਾਡੇ ਕੋਲ ਪਹਿਲੀਆਂ 22 ਸੰਖਿਆ ਪਹਿਲੇ 22 ਪਦਾਂ ਦਾ ਜਿਹੜਾ ਜੋੜਫਲ ਹੈ ਸਵਾਲ ਦੇ ਵਿੱਚ ਜੋ ਸਾਨੂੰ ਪੁੱਛਿਆ ਗਿਆ ਸੀ ਉਹ ਸਾਡੇ ਕੋਲ ਕਿੰਨਾ ਆਇਆ ਉਹ ਘਟਾਓ 979 ਆਪਾਂ ਲਿਖ ਦਾਂਗੇ ਇੱਥੇ ਇਸ ਲਈ ਦਿੱਤੀ ਹੋਈ AP ਦਿੱਤੀ ਹੋਈ AP ਦੇ ਪਹਿਲੇ 22 ਪਦਾਂ ਦਾ ਜੋੜ 22 ਪਦਾਂ ਦਾ ਜੋੜਫਲ ਜੋ ਹੈ ਉਹ ਘਟਾਓ 979 ਹੈ ਠੀਕ ਹੈ। ਤਾਂ ਅਸੀਂ ਦੇਖਿਆ ਇਹਦੇ ਵਿੱਚ ਵੀ ਕਿਵੇਂ ਅਸੀਂ ਜਿਹੜਾ ਸੂਤਰ ਜੋ ਅਸੀਂ ਆਪਾਂ ਡਰਾਈਵ ਕੀਤਾ ਸੀ SN ਬਰਾਬਰ n ਵਟਾ 2 2a ਜਮਾ n ਮਾਈਨਸ 1d ਉਹਨੂੰ ਆਪਾਂ ਵਰਤ ਕੇ ਇਸ ਢੰਗ ਦੇ ਨਾਲ ਇਸ ਤਰ੍ਹਾਂ ਦੇ ਸਵਾਲਾਂ ਨੂੰ ਜਿਹੜਾ ਉਹ ਹੱਲ ਕਰ ਸਕਦੇ ਹਾਂ ਠੀਕ ਹੈ ਵਿਦਿਆਰਥੀਓ। ਸੋ ਵਿਦਿਆਰਥੀਓ ਅੱਜ ਦੇ ਲਈ ਇੰਨਾ ਹੀ ਇਸ ਤੋਂ ਬਾਅਦ ਆਪਾਂ ਅਗਲੇ ਲੈਸਨ ਦੇ ਵਿੱਚ ਅਗਲੇ ਲੈਕਚਰ ਦੇ ਵਿੱਚ ਇਸੇ ਹੀ ਫਾਰਮੂਲੇ ਦੇ ਉੱਤੇ ਇਸੇ ਹੀ ਟੌਪਿਕ ਦੇ ਉੱਤੇ ਹੋਰ ਸਵਾਲ ਜਿਹੜੇ ਉਹ ਹੱਲ ਕਰਾਂਗੇ ਅਲੱਗ-ਅਲੱਗ ਢੰਗ ਦੇ ਜਿਵੇਂ ਦੇ ਸਵਾਲ ਸਾਨੂੰ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ ਠੀਕ ਹੈ ਉਹ ਸਾਰੇ ਆਪਾਂ ਜਿਹੜੇ ਅਗਲੇ ਲੈਕਚਰ ਦੇ ਵਿੱਚ ਆਉਣ ਵਾਲੇ ਲੈਕਚਰਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਠੀਕ ਹੈ ਵਿਦਿਆਰਥੀਓ। ਤਾਂ ਮੈਨੂੰ ਉਮੀਦ ਹੈ ਕਿ ਹਰ ਚੀਜ਼ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਸੁਣਿਆ ਹੋਵੇਗਾ ਤੇ ਨੋਟ ਵੀ ਕੀਤਾ ਹੋਵੇਗਾ ਠੀਕ ਹੈ ਤੇ ਹਰ ਚੀਜ਼ ਤੁਹਾਨੂੰ ਸਮਝ ਵੀ ਆਈ ਹੋਏਗੀ। ਮਿਲਦੇ ਹਾਂ ਹੁਣ ਦਿਓ ਇਜਾਜ਼ਤ ਅਗਲੇ ਲੈਕਚਰ ਦੇ ਵਿੱਚ ਫਿਰ ਆਪਾਂ ਦੁਬਾਰਾ ਮਿਲਾਂਗੇ। ਸਤਿ ਸ਼੍ਰੀ ਅਕਾਲ।